20 ਸਾਲ ਦਾ ਜਵਾਨ ਜੇਲ੍ਹ 'ਚ ਖਲੋ ਕੇ ਬੰਦਿਆਂ ਨੂੰ ਆਪਣੀ ਸਟੋਰੀ ਸੁਣਾ ਰਿਹਾ ਕਿ ਮੈਂ 3 ਕਤਲ ਕਰਕੇ ਆਇਆ। ਬੰਦੇ ਆਂਦੇ ਨੇ ਕਿ ਤੈਨੂੰ ਜ਼ਰਾ ਮਾਸਾ ਵੀ ਡਰ ਨਹੀਂ ਲੱਗਦਾ ਪਿਆ, ਤੂੰ 3 ਕਤਲ ਕੀਤੇ ਨੇ, ਤੈਨੂੰ ਫਾਂਸੀ ਲੱਗ ਸਕਦੀ ਹੈ, ਸਜ਼ਾਏ ਮੌਤ ਹੋ ਸਕਦੀ ਹੈ ਤੇ ਤੂੰ ਕਿਉਂ ਕਤਲ ਕੀਤਾ? ਹੁੰਦਾ ਮੈਨੂੰ ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ। ਤੂੰ ਗਾਲਾਂ ਕੱਢ ਕੇ ਕਹਿੰਦਾ ਮੈਂ ਸਿੱਧੇ ਖਲੋ ਕੇ ਉਹਨਾਂ ਨੂੰ ਫੈਰ ਮਾਰੇ ਨੇ, ਆਈਏ ਇੱਕ ਬਚ ਗਿਆ, ਉਹ ਵੀ ਜਦੋਂ ਮੈਂ ਬਾਹਰ ਜਾਣਾ ਉਹਨੂੰ ਵੀ ਫੈਰ ਮਾਰਨੇ ਨੇ। ਉਹਨਾਂ ਕਿਹਾ ਗੱਲ ਕੀ ਹੋਈ ਹੈ, ਇਤਨਾ ਗੁੱਸਾ ਤੈਨੂੰ ਕਿਉਂ ਹੈ? ਤੂੰ ਤੇ ਮੁਸਕਰਾਨੇ ਪਿਆ ਉਹਨਾਂ ਨੂੰ ਕਤਲ ਕਰਕੇ। ਕਹਿੰਦਾ ਮੈਂ ਇੱਕ ਵਾਰੀ ਬਾਹਰ ਤੇ ਜਾਵਾਂ। ਉਹਨੇ ਕਿਹਾ ਬਾਹਰ ਤੇ ਤੂੰ ਜਾ ਹੀ ਨਹੀਂ ਸਕਦਾ, ਇਹ ਤੇ ਪੱਕੀ ਗੱਲ ਆ, ਤੈਨੂੰ ਫਾਂਸੀ ਹੋਣੀ ਹੈ, 3 ਤੂੰ ਕਤਲ ਕੀਤੇ ਨੇ। ਉਹਨਾਂ ਕਿਹਾ ਗੱਲ ਕੀ ਹੋਈ ਹੈ ਜਿਹੜੇ ਤੂੰ ਕਤਲ ਕੀਤੇ? ਉਹਨੇ ਕਿਹਾ ਗੱਲ ਮੇਰੇ ਕੋਲੋਂ ਤੁਸੀਂ ਕੁਝ ਵੀ ਨਾ ਪੁੱਛੋ। ਆਏ ਥੋੜੀ ਦੇਰ ਨੂੰ ਪੁਲਿਸ ਵਾਲੇ ਉਹਨੂੰ ਲੈ ਗਏ, ਜਾ ਕੇ ਪੁਲਿਸ ਵਾਲੇ ਇਨਕੁਆਇਰੀ ਕਰਨੀ ਸ਼ੁਰੂ ਕਰ। ਉਹਨੇ ਕਿਹਾ ਦੱਸ ਤੂੰ ਕਤਲ ਕਿਉਂ ਕੀਤੇ ਨੇ? ਉਹਨੇ ਅਗੂ ਇਸ ਵੇਲੇ ਗੱਲ ਸਾਰੀ ਖੋਲੀ। ਉਹਨੇ ਆਖਿਆ ਗੱਲ ਇਹ ਸੀ ਕਿ ਮੈਂ ਤੇ ਮੇਰਾ ਦੋਸਤ ਜਿਸ ਵੇਲੇ ਮਹੱਲੇ ਚੋਂ ਲੰਘਦੇ ਸਾਂ, ਇਹ 4 ਮੁੰਡੇ ਉੱਥੇ ਨੁੱਕਰ 'ਚ ਖਲੋਤੇ ਹੁੰਦੇ ਸੀ, ਸਾਨੂੰ ਤੰਗ ਕਰਦੇ ਸੀ, ਸਾਡੇ ਨਾਲ ਗੰਦੀਆਂ ਹਰਕਤਾਂ ਕਰਦੇ ਸੀ, ਜਿਸ ਵਜ੍ਹਾ ਤੂੰ ਬੜੀ ਵਾਰੀ ਇਹਨਾਂ ਨੂੰ ਮਨਾ ਕੀਤਾ। ਉਹ ਤੂੰ ਗਾਲਾਂ ਕੱਢ ਕੇ ਸਾਡੇ ਮਾਵਾਂ ਭੈਣਾਂ ਦੇ ਬਾਰੇ ਗੱਲਾਂ ਕਰਦੇ, ਤੇਰੀ ਮਾਂ ਇੰਜ ਦੀ ਹੈ, ਤੇਰੀ ਭੈਣ ਇੰਜ ਦੀ ਹੈ, ਤੇ ਮੈਂ ਬੜੀ ਵਾਰੀ ਉਹਨੂੰ ਮਨਾ ਕੀਤਾ। ਪੁਲਿਸ ਵਾਲੇ ਤੂੰ ਉਹਨਾਂ ਦੇ ਘਰ ਜਾ ਕੇ ਕਹਿੰਦਾ ਘਰ ਵੀ ਦੱਸਿਆ, ਫਿਰ ਵੀ ਉਹਦੇ ਘਰ ਦੇ ਕੋਈ ਅਸਰ ਨਹੀਂ ਸੀ ਕਰਦੇ। ਪੁਲਿਸ ਵਾਲੇ ਚੁੱਪ ਹੋ ਗਏ। ਉਹਨਾਂ ਆਖਿਆ ਹੋਰ ਕੋਈ ਗੱਲ ਹੈ ਤੇ ਤੂੰ ਦੱਸ ਦੇ। ਉਹਨੇ ਆਖਿਆ ਹੋਰ ਕੋਈ ਗੱਲ ਨਹੀਂ, ਸਿਰਫ ਗੈਰਤ ਦੇ ਨਾਂ ਤੇ ਮੈਂ ਕਤਲ ਕੀਤੇ ਨੇ। ਉਹਨਾਂ ਆਖਿਆ ਠੀਕ ਹੈ। ਫਿਰ ਆ ਕੇ ਡੱਕ ਦਿੱਤਾ ਜਵਾਨ ਨੇ, ਆ ਕੇ ਉਹ ਸਟੋਰੀ ਜਿਹੜੀ ਆ ਸਾਰੇ ਮੁੰਡਿਆਂ ਨੂੰ ਨਾਲ ਸੁਣਾਈ ਜਿਹੜੇ ਜੇਲ੍ਹ ਵਿੱਚ ਭਾਈਏ ਸੀ। ਉਹਨਾਂ ਸਾਰੇ ਸੁਣ ਕੇ ਬੜੇ ਹੈਰਾਨ ਹੋਏ। ਉਹਨਾਂ ਕਿ ਯਾਰ ਅਤਨੀ ਜੀ ਗੱਲ ਤੂੰ 3 ਕਤਲ ਕਰ ਆਏ, ਇਹ ਕੋਈ ਗੱਲ ਹੈ ਕਰਨ ਵਾਲੀ? ਤੂੰ ਚੁੱਪ ਕਰਕੇ ਕਿਸੇ ਹੋਰ ਰਾਹ ਲੰਘ ਜਾਣਾ ਸੀ ਜਾਂ ਉਹਨਾਂ ਦੇ ਘਰ ਦੱਸਣਾ ਸੀ ਆਪਣੇ ਮਾਪਿਆਂ ਨੂੰ। ਉਹਨੇ ਕਿਹਾ ਸਾਰੇ ਕੰਮ ਕੀਤੇ ਨੇ ਲੇਕਿਨ ਮੇਰੀ ਗੱਲ ਨਹੀਂ ਬਣੀ ਤਾਂ ਮੈਂ 3 ਕਤਲ ਕੀਤੇ ਨੇ। ਪਰ ਪੁਲਿਸ ਵਾਲੇ ਤੁਹਾਨੂੰ ਪਤਾ ਪੂਰੀ ਇਨਕੁਆਇਰੀ ਕਰਕੇ ਛੱਡਦੇ ਨੇ। ਉਹ इसलिए ਉਹਦੇ ਮਹੱਲੇ ਗਏ, ਜਾ ਕੇ ਇਨਕੁਆਇਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਜਵਾਨ ਦੇ ਘਰ ਗਏ, ਜਾ ਕੇ ਪੁੱਛਿਆ ਕਿ ਇਸ ਤਰ੍ਹਾਂ ਤੁਹਾਡੇ ਮੁੰਡੇ ਨੇ ਕਦੇ ਆ ਕੇ ਦੱਸਿਆ ਸੀ ਕਿ ਇੰਜ ਜਿਹੜਾ ਮੈਨੂੰ ਮੁੰਡੇ ਬਾਹਰ ਤੰਗ ਕਰਨਾ? ਕਿਹਾ ਕਦੇ ਵੀ ਨਹੀਂ ਆ ਕੇ ਦੱਸਿਆ, ਆਪੂ ਬੜਾ ਲੜਾਕਾ ਜਿਹਾ, ਕਿਸੇ ਦੇ ਥੱਲੇ ਤੇ ਲੱਗਦਾ ਹੀ ਨਹੀਂ, ਇਹ ਹੋ ਹੀ ਨਹੀਂ ਸਕਦਾ ਕੋਈ ਮੁੰਡਾ ਇਹਨੂੰ ਤੰਗ ਕਰ ਜੇ। ਅੱਗੋਂ ਪੁਲਿਸ ਵਾਲੇ ਆ ਪੁੱਛਿਆ ਕਿ ਹੋਰ ਇਹਦੀ ਕੋਈ ਗੱਲਬਾਤ? ਦੇਖਿਆ ਹੋਰ ਤੇ ਕੋਈ ਗੱਲਬਾਤ ਨਹੀਂ, ਕਦੇ ਨੇ ਕਿਸੇ ਕਿਸਮ ਦੀ ਕੋਈ ਗੱਲ ਘਰ ਕੀਤੀ ਨਹੀਂ ਹੈ। ਅੱਗੋਂ ਜਿਹੜੇ ਕਤਲ ਹੋਏ ਸੀ ਉਹਨਾਂ ਦੇ ਘਰ ਵਾਰੀਓ ਵਾਰੀ ਗਏ, ਉਹਨਾਂ ਨੂੰ ਜਾ ਕੇ ਪੁੱਛਿਆ ਕਿ ਇਸ ਤਰ੍ਹਾਂ ਜਿਹੜਾ ਤੁਹਾਡੇ ਨਾਲ ਕਿਧਰੇ ਕੋਈ ਗੱਲ ਹੋਈ ਹੋਵੇ, ਆ ਕੇ ਤੁਹਾਨੂੰ ਦੱਸਿਆ ਹੋਵੇ ਕਿ ਇਸ ਤਰ੍ਹਾਂ ਤੁਹਾਡੇ ਮੁੰਡੇ ਜਿਹੜੇ ਨੇ ਮੈਨੂੰ ਤੰਗ? ਉਹਨਾਂ ਆਖਿਆ ਬਿਲਕੁਲ ਇਹਨੇ ਕਦੇ ਕੋਈ ਗੱਲ ਨਹੀਂ ਕੀਤੀ। ਅੱਗੋਂ ਜਿਹੜਾ ਇੱਕ ਮੁੰਡਾ ਬਚ ਗਿਆ ਅਸੀਂ ਉਹਦੇ ਕੋਲ ਗਏ, ਉਹਨੂੰ ਜਾ ਕੇ ਪੁੱਛਦੇ ਨੇ ਕਿ ਇਸ ਤਰ੍ਹਾਂ ਤੂੰ ਦੱਸ ਕਿ ਤੇਰੀ ਕਦੇ ਉਹਦੇ ਨਾਲ? ਉਹਨੇ ਕਿਹਾ ਸਾਡੀ ਇਹਦੇ ਨਾਲ ਕੀ ਲੜਾਈ ਹੋਣੀ ਹੈ, ਸਾਡੇ ਤੋਂ ਛੋਟਾ ਬਹੁਤ, ਅਸੀਂ ਤੇ ਕਦੇ ਇਹਦੇ ਨਾਲ ਕੋਈ ਗੱਲ ਨਹੀਂ ਕੀਤੀ, ਗਲੀ 'ਚ ਲੰਘਦਾ ਹੁੰਦਾ ਅਸੀਂ ਤਾਕੇ ਕਦੇ ਕੋਈ ਗੱਲ ਨਹੀਂ ਇਹਦੇ ਨਾਲ ਕੀਤੀ, ਅਸੀਂ ਯਾਰ ਆਪੇ 'ਚ ਗੱਪਸ਼ਪ ਲਾਉਂਦੇ ਰਹਿੰਦੇ। ਉਹਨੇ ਆਖਿਆ ਠੀਕ ਹੈ। ਪੁਲਿਸ ਵਾਲੇ ਜਿਹੜੇ ਚੁੱਪ ਕਰਕੇ ਵਾਪਸ ਆ ਗਏ, ਆ ਕੇ ਉਹਨੂੰ ਪੁੱਛਦੇ ਨੇ ਗੱਲ ਸੁਣ ਅਸੀਂ ਸਾਰੇ ਮਹੱਲੇ 'ਚੋਂ ਇਨਕੁਆਇਰੀ ਅਸੀਂ ਤੇਰੀ ਕਰ ਆਏ ਹਾਂ, ਕਿਸੇ ਬੰਦੇ ਨੇ ਇਸ ਗੱਲ ਦੀ ਹਾਮੀ ਨਹੀਂ ਭਰੀ, ਨਾ ਹੀ ਤੇਰੇ ਘਰਦਿਆਂ ਭਰੀ। ਉਹਨੇ ਕਿਹਾ ਘਰ ਦੇ ਮੇਰੇ ਗੈਰਤ ਦੀ ਵਜ੍ਹਾ ਨਾਲ ਨਹੀਂ ਬੋਲਦੇ, ਉਹਨਾਂ ਤੁਹਾਨੂੰ ਝੂਠ ਬੋਲਿਆ। ਉਹਨੇ ਕਿਹਾ ਝੂਠ ਕਿਉਂ ਬੋਲਣਾ? ਅਗੂ ਜਿਹਨਾਂ ਦੇ ਕਤਲ ਹੋਏ ਨੇ ਉਹ ਵੀ ਆਖਦੇ ਨੇ ਕਿ ਕਦੇ ਵੀ ਤੂੰ ਇਹਨਾਂ ਦੇ ਘਰ ਆ ਕੇ ਸ਼ਿਕਾਇਤ ਨਹੀਂ ਲਾਈ, ਨਾ ਹੀ ਉਹਨਾਂ ਨੂੰ ਪਤਾ ਹੈ ਕਿ ਤੇਰੀ ਕਦੇ ਉਹਨਾਂ ਨਾਲ ਲੜਾਈ ਹੋਈ ਹੈ। ਉਹਨੇ ਕਿਹਾ ਲੜਾਈ ਮੇਰੀ ਹੋਈ ਹੈ, ਪਰ ਉਹ ਕੋ ਨਾ ਮੰਨੇ ਕਿਸੇ ਗੱਲ ਤੇ, ਉਹ ਆਉਂਦੇ ਨਹੀਂ ਸੀ। ਪੁਲਿਸ ਵਾਲਾ ਕਿਹਾ ਠੀਕ ਹੈ, ਤੂੰ ਅਗਰ ਨਹੀਂ ਦੱਸਣਾ ਬਿਹਤਰ ਇਹੀ ਹੈ ਕਿ ਤੂੰ ਦੱਸ ਦੇ, ਤੇਰੀ ਸਜ਼ਾ ਥੋੜੀ ਕਮੀ ਹੋ ਸਕਦੀ ਹੈ, ਹੋ ਸਕਦਾ ਤੇਰੇ ਵਾਸਤੇ ਕੋਈ ਨਰਮੀ ਦੀ ਅਪੀਲ ਹੋ ਜਾਏ। ਉਹਨੇ ਆਖਿਆ ਨਹੀਂ ਜੀ ਗੱਲ ਇਹ ਹੀ ਹੈ, ਮੈਂ ਗੈਰਤ ਵਾਸਤੇ ਕਤਲ ਕੀਤੇ ਨੇ। ਪੁਲਿਸ ਵਾਲਿਆਂ ਨੇ ਅੱਛਾ ਚਲੋ ਠੀਕ ਹੈ, ਤੁਹਾਨੂੰ ਪਤਾ ਪੁਲਿਸ ਵਾਲੇ ਜ਼ਮੀਨ ਦੇ ਅੰਦਰੋਂ ਹੀ ਜਿਹੜਾ ਬੰਦੇ ਦੀ ਜਿਹੜਾ ਇਨਕੁਆਇਰੀ ਕਰ ਲਿਆਉਂਦੇ ਨੇ, ਜਿਸ ਵੇਲੇ ਉਹਨਾਂ ਦਾ ਦਿਲ ਹੋਵੇ ਤੇ ਉਹ ਇਸ ਵੇਲੇ ਗਏ ਮਹੱਲੇ 'ਚ, ਫਿਰ ਜਾ ਕੇ ਅੱਗੂ ਪਿੱਛੂ ਪੁੱਛਣਾ ਸ਼ੁਰੂ ਕਰ ਦਿੱਤਾ। ਤੇ ਇੱਕ ਤਕਰੀਬਨ 14-15 ਸਾਲ ਦਾ ਮੁੰਡਾ ਸੀ, ਉਹਨੇ ਦੱਸਿਆ ਕਿ ਇਹ ਜਿਹੜਾ ਜਿਹਨੇ ਕਤਲ ਕੀਤੇ ਨੇ, ਇਹ ਜਿਹੜਾ ਫਲਾਣਿਆਂ ਦੀ ਕੁੜੀ ਨਾਲ ਗੱਲਬਾਤ ਕਰਦਾ ਸੀ, ਉੱਥੇ ਜਾਂਦਾ ਰਹਿੰਦਾ ਸੀ, ਅਕਸਰ ਖਲੋ ਕੇ ਗੱਲਾਂ ਕਰਦਾ ਰਹਿੰਦਾ ਸੀ। ਉਹ ਜਨਾਬ ਪੁਲਿਸ ਵਾਲੇ ਆਖਿਆ ਅੱਛਾ ਇਹ ਗੱਲ ਹੈ। ਉਹ ਸਿੱਧੇ ਪੁਲਿਸ ਵਾਲੇ ਉਹਨਾਂ ਦੇ ਘਰ ਟੁਰ ਗਏ। ਜਿਸ ਵੇਲੇ ਉਹਨਾਂ ਦੇ ਘਰ ਗਏ, ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ, ਕੁੜੀ ਨੂੰ ਸਾਈਡ ਤੇ ਲਿਆਂਦਾ। ਪਹਿਲਾਂ ਤਾਂ ਕੁੜੀ ਦੀ ਮਾਂ ਮੰਨੇ ਹੀ ਕੋਨਾ ਕਿ ਤੁਸੀਂ ਸਾਡੇ ਘਰ ਕੀ ਲੈਣ ਆਏ ਹੋ, ਤੁਸੀਂ ਉਹਨਾਂ ਦੇ ਘਰ ਜਾਓ ਜਿਨ੍ਹਾਂ ਦੇ ਕਤਲ ਹੋਏ ਨੇ ਜਾਂ ਜਿਨ੍ਹਾਂ ਕਤਲ ਕੀਤਾ, ਸਾਡੇ ਘਰ ਕਿਉਂ ਆਏ ਹੋ, ਸਾਨੂੰ ਬਦਨਾਮ ਕਰਨ ਆਏ ਹੋ? ਉਹਨਾਂ ਕਿਹਾ ਸਬਰ ਕਰ ਜਾਓ ਅੰਮਾ ਜੀ, ਸਾਨੂੰ ਇਨਕੁਆਇਰੀ ਕਰ ਲੈਂਦੇ ਹੋ, ਆਪੇ ਤੁਹਾਨੂੰ ਸਾਰੀ ਗੱਲ ਦੱਸਨੇ ਆ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਕੁੜੀ ਨੂੰ ਸਾਈਡ ਤੇ ਲੈ ਗਏ, ਉਹਨੂੰ ਆ ਕੇ ਪੁੱਛਦੇ ਨੇ ਕਿ ਦੱਸ ਕਿ ਤੇਰੀ ਉਹਦੇ ਨਾਲ ਗੱਲਬਾਤ ਐਸੀ? ਪਹਿਲਾਂ ਤੇ ਕੁੜੀ ਜਿਹੜੀ ਹੈ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦੀ ਪਈ। ਜਿਸ ਵੇਲੇ ਉਹਨਾਂ ਫੁੱਲ ਇਨਕੁਆਇਰੀ ਕੀਤੀ ਤੇ ਫਿਰ ਕੁੜੀ ਜਿਹੜੀ ਆ ਫਟਾਫਟ ਮੰਨ ਗਈ। ਤੁਹਾਨੂੰ ਪਤਾ ਪੁਲਿਸ ਵਾਲੇ ਕਿਧਰੋਂ ਨਾ ਕਿਧਰੋਂ ਗੱਲ ਫੇਰ ਕੇ ਜਿਹੜਾ ਉਹ ਲੈ ਆਉਂਦੇ ਨੇ। ਉਹਨੇ ਦੱਸਿਆ ਕੁੜੀ ਨੇ ਕਿ ਵਾਕਈ ਮੈਂ ਉਹਦੇ ਨਾਲ ਪਿਆਰ ਕਰਦੀ ਸਾਂ ਤੇ ਉਹ ਮੈਨੂੰ ਪਿਆਰ ਕਰਦਾ ਸੀ, ਸ਼ਾਮੀ ਰੋਜ਼ਾਨਾ ਮੈਨੂੰ ਮਿਲਣ ਆਉਂਦਾ ਸੀ, ਮੈਂ ਜਿਸ ਵੇਲੇ ਬਾਹਰੋਂ ਆਉਂਦੀ ਸਾਂ ਤੇ ਉਹ ਮੁੰਡੇ ਖਲੋਤੇ ਹੁੰਦੇ ਸੀ, ਮੈਨੂੰ ਕੋਈ ਨਾ ਕੋਈ ਗੱਲ ਕਰਦੇ ਰਹਿੰਦੇ ਸੀ ਤੇ ਮੈਂ ਅੱਗੂ ਜਿਹੜਾ ਬੜੀ ਤੰਗ ਹੁੰਦੀ ਸਾਂ। ਤੇ ਇੱਕ ਉਹਨਾਂ 'ਚ ਮੁੰਡਾ ਜਿਹੜਾ ਉਹ ਸਾਡੇ ਘਰ ਦੇ ਬੂਹੇ ਅੱਗੇ ਆ ਕੇ ਸੀਟੀਆਂ ਮਾਰਦਾ ਰਹਿੰਦਾ ਸੀ, ਨਾਲ ਉਹਦੇ ਮੁੰਡੇ ਹੁੰਦੇ ਸੀ, ਮੈਨੂੰ ਪਤਾ ਹੁੰਦਾ ਸੀ ਕਿ ਇਹ ਉਹ ਹੀ ਹੈ ਤੇ ਮੈਂ ਇਹਨੂੰ ਦੱਸਿਆ
ਹੋਇਆ ਸੀ। ਪਹਿਲਾਂ ਮੈਨੂੰ ਕੋਈ ਨਹੀਂ ਦੱਸਿਆ, ਬਾਅਦ ਜਦੋਂ ਮੈਂ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਨਾ ਉਹ ਮੈਨੂੰ ਤੰਗ ਕਰਦਾ ਬਾਰ-ਬਾਰ, ਮੈਂ ਜੇ ਰਾਹ 'ਚੋਂ ਆਵਾਂ ਤਾਂ ਵੀ ਮੈਨੂੰ ਸੀਟੀਆਂ ਮਾਰ ਕੇ ਨਾਲ ਗੱਲਾਂ ਕਰਦਾ। ਅੱਗੋਂ ਇਹ ਕਹਿੰਦੇ ਠੀਕ ਹੈ ਮੈਂ ਆਪੇ ਜਿਹੜਾ ਗੱਲ ਉਹਨਾਂ ਨਾਲ ਕਰ ਲਾਂਗਾ। ਉਹ ਕਹਿੰਦੇ ਕਾਫੀ ਦਿਨ ਜਿਹੜਾ ਮੇਰੇ ਕੋਲ ਮਿਲਣ ਵਾਸਤੇ ਮੈਨੂੰ ਨਹੀਂ ਆਇਆ। ਮੈਂ 2-3 ਵਾਰੀ ਉਹਨਾਂ ਦੇ ਘਰ ਵਾਲ ਵੀ ਗਈ ਹਾਂ ਜਾ ਕੇ ਪਤਾ ਕਰਾਂ ਕਿ ਕੀ ਗੱਲ ਹੈ, ਲੇਕਿਨ ਮੈਨੂੰ ਪਤਾ ਨਹੀਂ ਲੱਗਾ। ਅਚਾਨਕ ਮੈਨੂੰ ਖਬਰ ਮਿਲੀ ਹੈ ਕਿ ਉਹਨੇ ਜਿਹੜਾ ਕਤਲ ਕਰ ਦਿੱਤੇ ਨੇ, 3 ਕਤਲ ਹੋ ਗਏ ਨੇ ਤੇ 1 ਨਸ ਗਿਆ। ਉਹਨਾਂ ਆਖਿਆ ਅੱਛਾ ਇਹ ਗੱਲ ਹੈ। ਇਹਨੇ ਬੰਦੇ ਨੇ, ਜਵਾਨ ਨੇ ਆਪਣੇ ਜਿਹੜੇ ਘਰ ਨੂੰ ਬਦਨਾਮ ਕਰਨਾ ਮੁਨਾਸਬ ਸਮਝਿਆ, ਲੇਕਿਨ ਆਪਣੀ ਮਸ਼ੂਕ ਤੇ ਜਿਹੜਾ ਜ਼ਰਾ ਮਾਸਾ ਵੀ ਉਹਨੇ ਅਰਫ ਨਹੀਂ ਆਉਣ ਦਿੱਤਾ। ਉਹਨੇ ਆਖਿਆ ਜੀ ਮੈਂ ਮਸ਼ੂਕ ਦਾ ਜਿਹੜਾ ਉਹ ਨਾਂ ਵਿੱਚ ਨਹੀਂ ਆਉਣ ਦੇਣਾ। ਜਿਸ ਵੇਲੇ ਪੁਲਿਸ ਵਾਪਸ ਥਾਣੇ ਆਈ, ਉਹਨੂੰ ਬਿਠਾ ਕੇ ਕਹਿੰਦੇ ਨੇ ਆ ਵੀ ਜਵਾਨਾ ਤੇਰੀ ਅਸਾਂ ਸਾਰੀ ਇਨਕੁਆਇਰੀ ਕਰ ਲਿਆਂਦੀ ਹੈ, ਜਿਹੜੀਆਂ ਤੂੰ ਸਾਡੇ ਤੋਂ ਗੱਲਾਂ ਪਿਆ ਛੁਪਾਉਂਦਾ ਸੀ, ਸਾਨੂੰ ਤੇਰੀ ਮਸ਼ੂਕ ਨੇ ਸਾਰੀ ਗੱਲ ਦੱਸ ਦਿੱਤੀ ਹੈ। ਜਵਾਨ ਸੁਣ ਕੇ ਹੈਰਾਨ ਪਰੇਸ਼ਾਨ ਹੋ ਗਿਆ ਤੇ ਪੁਲਿਸ ਵਾਲਾ ਅੱਗੇ ਹੱਥ ਜੋੜਨ ਲੱਗ ਪਿਆ ਕਿ ਤੁਹਾਡੇ ਅੱਗੇ ਮੈਂ ਰਿਕੁਐਸਟ ਕਰਨਾ ਕਿ ਮੇਰੀ ਮਸ਼ੂਕ ਦਾ ਕਿਸੇ ਅੱਗੇ ਨਾਂ ਨਾ ਲਵਿਓ, ਮੈਂ ਉਹਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ। ਪੁਲਿਸ ਵਾਲੇ ਕਹਿੰਦੇ ਕਿੱਡਾ ਤੂੰ ਬੇਵਕੂਫ ਇਨਸਾਨ ਹੈ, ਤੂੰ ਆਪਣੀ ਮਸ਼ੂਕ ਦਾ ਖਿਆਲ ਪਿਆ ਕਰਨਾ ਹੈ, ਤੈਨੂੰ ਨਹੀਂ ਪਤਾ ਤੇਰੀ ਮਾਂ ਕੱਲੀ ਰਹਿ ਗਈ ਹੈ, ਤੇਰਾ ਪਿਓ ਕੱਲਾ ਰਹਿ ਗਿਆ, ਕੱਲਾ ਕੱਲਾ ਤੂੰ ਉਹਨਾਂ ਦਾ ਪੁੱਤਰ ਸੇ, ਤੂੰ ਮਸ਼ੂਕ ਵਾਸਤੇ 3 ਕਤਲ ਕਰ ਦਿੱਤੇ ਨੇ। ਉਹਨੇ ਆਖਿਆ ਨਹੀਂ ਜੀ ਜੋ ਮਰਜ਼ੀ ਹੋ ਜਾਏ ਮੇਰੀ ਮਸ਼ੂਕ ਦਾ ਕੋਈ ਨਾਂ ਨਾ ਲਵੇ। ਉਹਨੇ ਆਖਿਆ ਬੇਵਕੂਫਾ ਤੂੰ ਆਪਣੇ ਮਾਪਿਓ ਨੂੰ ਬਦਨਾਮ ਕਰ ਦਿੱਤਾ, ਤੂੰ ਉਲਟਾ ਉਹਨਾਂ ਦੀਆਂ ਗੱਲਾਂ ਪਿਆ ਦੱਸਣਾ ਹੈ ਕਿ ਮੇਰੇ ਮਾਪਿਓ ਦੇ ਬਾਰੇ ਚ ਉਹਨਾਂ ਇਹ ਗੱਲਾਂ ਕੀਤੀਆਂ ਨੇ। 3 ਜਿਹੜੇ ਨੇ ਮਾਪਿਓ ਦੇ ਤ੍ਰੈ ਮਾਪਿਓ ਦੇ ਪੁੱਤਰ ਜਿਹੜੇ ਨੇ ਤੂੰ ਕਤਲ ਕਰ ਦਿੱਤੇ ਨੇ। ਤੇਰੇ ਮੂੰਹ ਤੇ ਜ਼ਰਾ ਮਾਸਾ ਵੀ ਸ਼ਰਮਿੰਦਗੀ ਨਹੀਂ। ਉਹ ਜਨਾਬ ਸਿਰ ਸੱਟ ਕੇ ਤੇ ਬਹਿ ਰਿਹਾ, ਆਪਣੀ ਮਸ਼ੂਕ ਦੇ ਬਾਰੇ ਚੋਂ ਕਿਸੇ ਨੂੰ ਗੱਲ ਨਹੀਂ ਸੀ ਕਰਨ ਦਿੰਦਾ। ਪਰ ਜ਼ਾਹਿਰੀ ਗੱਲ ਹੈ ਪੁਲਿਸ ਵਾਲਿਆਂ ਡਾਕ ਦਿੱਤਾ। ਅੱਗੂ ਜ਼ਾਹਿਰੀ ਗੱਲ ਹੈ ਜਿਹੜੀ ਉਹਨੂੰ ਸਜ਼ਾ ਹੋਣੀ ਹੈ ਉਹ ਤੇ ਉਹਨੂੰ ਹੀ ਪਤਾ ਹੈ। ਬਾਕੀ ਇਹ ਕਿ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਆਪਣੇ ਮਾਪਿਓ ਦੇ ਬਾਰੇ ਚ ਲਾਜ਼ਮੀ ਸੋਚਣਾ ਚਾਹੀਦਾ ਕਿ ਉਹਨਾਂ ਨੂੰ ਵੀ ਤੁਹਾਡੀ ਲੋੜ ਹੈ, ਇਹ ਨਹੀਂ ਕਿ ਹਾਲੀ ਮਸ਼ੂਕਾਂ ਨੂੰ ਲੋੜ ਹੈ। ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਕੋਸ਼ਿਸ਼ ਕਰਿਆ ਕਰੋ ਲਾਈਕ ਤੇ ਕਮੈਂਟ ਤੇ ਸਬਸਕ੍ਰਾइब करा करो। बाकी दुआवां च याद रखा करो, अपनी सेहत का ख्याल रखा करो। अल्लाह हाफिज।